ਓਮ ਸ਼ਾਂਤੀ। ਅੱਜ ਪਿਆਰੇ ਬਾਬਾ ਦੇ 30/3/2021 ਦੇ ਮਹਾਵਚਨ ਬਾਬਾ ਨੇ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਸ਼੍ਰੀਮਤ ਤੇ ਤੱਤਵਾਂ ਸਹਿਤ ਸਾਰੀ ਦੁਨੀਆ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ। ਸਾਰਿਆਂ ਨੂੰ ਸੁੱਖ ਅਤੇ ਸ਼ਾਂਤੀ ਦਾ ਰਸਤਾ ਦੱਸਣਾ ਹੈ। ਪ੍ਰਸ਼ਨ ਹੈ, ਤੁਸੀਂ ਬੱਚੇ ਆਪਣੀ ਦੇਹ ਨੂੰ ਵੀ ਭੁੱਲਣ ਦਾ ਪੁਰਸ਼ਾਰਥ ਕਰਦੇ ਹੋ, ਇਸ ਲਈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਨਹੀਂ ਹੈ? ਉੱਤਰ ਹੈ, ਚਿੱਤਰਾਂ ਦੀ। ਜਦੋਂ ਇਹ ਚਿੱਤਰ ਮਨਾ ਦੇਹ ਹੀ ਭੁੱਲਣਾ ਹੈ ਤਾਂ ਉਹਨਾਂ ਚਿੱਤਰਾਂ ਦੀ ਕੀ ਜ਼ਰੂਰਤ ਹੈ? ਖੁਦ ਨੂੰ ਆਤਮਾ ਸਮਝ ਵਿਦੇਹੀ ਬਾਪ ਨੂੰ ਅਤੇ ਸਵੀਟ ਹੋਮ ਨੂੰ ਯਾਦ ਕਰੋ। ਸਵੀਟ ਹੋਮ ਸਾਡਾ ਬੜਾ ਪਿਆਰਾ ਮਿੱਠਾ ਘਰ ਪਰਮ ਧਾਮ ਨੂੰ ਯਾਦ ਕਰੋ। ਇਹ ਚਿੱਤਰ ਤਾਂ ਹਨ ਛੋਟੇ ਬੱਚਿਆਂ ਦੇ ਲਈ, ਅਰਥਾਤ ਨਵਿਆਂ ਦੇ ਲਈ। ਤੁਸੀਂ ਤਾਂ ਯਾਦ ਵਿੱਚ ਰਹਿਣਾ ਹੈ ਅਤੇ ਸਾਰਿਆਂ ਨੂੰ ਯਾਦ ਕਰਾਉਣਾ ਹੈ। ਧੰਦਾ ਆਦਿ ਕਰਦੇ ਸਤੋ ਪ੍ਰਧਾਨ ਬਣਨ ਦੇ ਲਈ ਯਾਦ ਵਿੱਚ ਹੀ ਰਹਿਣ ਦਾ ਅਭਿਆਸ ਕਰੋ। ਗੀਤ ਹੈ, ਤਕਦੀਰ ਜਗਾ ਕਰ ਆਈ ਹੂੰ। ਓਮ ਸ਼ਾਂਤੀ। ਮਿੱਠੇ ਮਿੱਠੇ ਬੱਚਿਆਂ ਨੇ ਇਹ ਅਕਸ਼ਰ ਸੁਣੇ ਅਤੇ ਤੁਰੰਤ ਖੁਸ਼ੀ ਵਿੱਚ ਰੋਮਾਂਚ ਖੜੇ ਹੋ ਗਏ ਹੋਣਗੇ। ਬਾਬਾ ਨੂੰ ਬੱਚਿਆਂ ਲਈ ਕਿੰਨੀ ਉਮੀਦ ਹੈ। ਬੱਚੇ ਜਾਣਦੇ ਹਨ ਕਿ ਇੱਥੇ ਆਏ ਹਨ ਆਪਣੇ ਸੁਭਾਗ ਸਵਰਗ ਦੀ ਤਕਦੀਰ ਲੈਣ ਦੇ ਲਈ। ਇਸ ਤਰ੍ਹਾਂ ਹੋਰ ਕਿਤੇ ਵੀ ਨਹੀਂ ਕਹਾਂਗੇ। ਤੁਸੀਂ ਜਾਣਦੇ ਹੋ ਕਿ ਅਸੀਂ ਬਾਪ ਤੋਂ ਸਵਰਗ ਦਾ ਵਰਸਾ ਲੈ ਰਹੇ ਹਾਂ, ਅਰਥਾਤ ਸਵਰਗ ਬਣਾਉਣ ਦਾ ਪੁਰਸ਼ਾਰਥ ਕਰ ਰਹੇ ਹਾਂ। ਸਿਰਫ ਸਵਰਗ ਵਾਸੀ ਬਣਨ ਦਾ ਨਹੀਂ, ਪਰੰਤੂ ਸਵਰਗ ਵਿੱਚ ਉੱਚੇ ਤੇ ਉੱਚਾ ਪਦ ਪਾਉਣ ਦਾ ਪੁਰਸ਼ਾਰਥ ਕਰ ਰਹੇ ਹਾਂ। ਸਵਰਗ ਦਾ ਸਾਖਸ਼ਾਤਕਾਰ ਕਰਾਉਣ ਵਾਲਾ ਬਾਪ ਸਾਨੂੰ ਪੜ੍ਹਾ ਰਿਹਾ ਹੈ। ਇਹ ਵੀ ਬੱਚਿਆਂ ਨੂੰ ਨਸ਼ਾ ਚੜ੍ਹਨਾ ਚਾਹੀਦਾ ਹੈ। ਭਗਤੀ ਹੁਣ ਖਤਮ ਹੋਣੀ ਹੈ। ਕਿਹਾ ਜਾਂਦਾ ਹੈ, ਭਗਵਾਨ ਭਗਤਾਂ ਦਾ ਉਧਾਰ ਕਰਨ ਲਈ ਆਉਂਦੇ ਹਨ, ਕਿਉਂਕਿ ਰਾਵਣ ਦੀਆਂ ਜੰਜ਼ੀਰਾਂ ਵਿੱਚ ਫਸੇ ਹੋਏ ਹਨ। ਅਨੇਕ ਮਨੁੱਖਾਂ ਦੀਆਂ ਅਨੇਕ ਮੱਤਾਂ ਹਨ। ਤੁਸੀਂ ਜਾਣ ਗਏ ਹੋ, ਸ੍ਰਿਸ਼ਟੀ ਦਾ ਚੱਕਰ ਇਹ ਅਨਾਦਿ ਖੇਲ ਬਣਿਆ ਹੋਇਆ ਹੈ। ਇਹ ਵੀ ਭਾਰਤ ਵਾਸੀ ਸਮਝਦੇ ਹਨ। ਬਰੋਬਰ ਅਸੀਂ ਪ੍ਰਾਚੀਨ ਨਵੀਂ ਦੁਨੀਆ ਦੇ ਵਾਸੀ ਸੀ, ਹੁਣ ਪੁਰਾਣੀ ਦੁਨੀਆ ਦੇ ਵਾਸੀ ਬਣੇ ਹਾਂ। ਬਾਪ ਨੇ ਸਵਰਗ ਨਵੀਂ ਦੁਨੀਆ ਬਣਾਈ, ਰਾਵਣ ਨੇ ਫਿਰ ਨਰਕ ਬਣਾਇਆ। ਬਾਪ ਦਾਦਾ ਦੀ ਮੱਤ ਤੇ ਤੁਸੀਂ ਹੁਣ ਆਪਣੇ ਲਈ ਨਵੀਂ ਦੁਨੀਆ ਬਣਾ ਰਹੇ ਹੋ, ਨਵੀਂ ਦੁਨੀਆ ਦੇ ਲਈ ਪੜ੍ਹ ਰਹੇ ਹੋ। ਕੌਣ ਪੜ੍ਹਾਉਂਦੇ ਹਨ? ਬਾਬਾ ਪੁੱਛ ਰਹੇ, ਕੌਣ ਪੜ੍ਹਾਉਂਦੇ ਹਨ? ਗਿਆਨ ਦਾ ਸਾਗਰ ਪਤਿਤ ਪਾਵਨ ਜਿਸ ਦੀ ਮਹਿਮਾ ਹੈ, ਇੱਕ ਦੇ ਸਿਵਾਏ ਹੋਰ ਕਿਸੇ ਦੀ ਵੀ ਮਹਿਮਾ ਨਹੀਂ ਗਾਈ ਜਾਂਦੀ, ਉਹੀ ਪਤਿਤ ਪਾਵਨ ਹੈ। ਅਸੀਂ ਸਾਰੇ ਪਤਿਤ ਹਾਂ। ਪਾਵਨ ਦੁਨੀਆ ਦੀ ਯਾਦ ਕੋਈ ਨੂੰ ਵੀ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ, ਬਰੋਬਰ 5000 ਸਾਲ ਪਹਿਲਾਂ ਪਾਵਨ ਦੁਨੀਆ ਸੀ। ਇਹ ਭਾਰਤ ਹੀ ਸੀ। ਬਾਕੀ ਸਾਰੇ ਧਰਮ ਸ਼ਾਂਤੀ ਵਿੱਚ ਸੀ, ਮੁਕਤੀ ਧਾਮ ਵਿੱਚ ਸੀ। ਅਸੀਂ ਭਾਰਤ ਵਾਸੀ ਸੁਖ ਧਾਮ ਵਿੱਚ ਸੀ। ਮਨੁੱਖ ਸ਼ਾਂਤੀ ਚਾਹੁੰਦੇ ਹਨ, ਪਰੰਤੂ ਇੱਥੇ ਤਾਂ ਕੋਈ ਸ਼ਾਂਤ ਰਹਿ ਨਹੀਂ ਸਕਦਾ। ਇਹ ਕੋਈ ਸ਼ਾਂਤੀ ਧਾਮ ਨਹੀਂ ਹੈ। ਸ਼ਾਂਤੀ ਧਾਮ ਹੈ ਨਿਰਾਕਾਰੀ ਦੁਨੀਆ, ਜਿੱਥੋਂ ਅਸੀਂ ਆਉਂਦੇ ਹਾਂ। ਬਾਕੀ ਸਤਯੁਗ ਹੈ ਸੁਖ ਧਾਮ, ਉਸ ਨੂੰ ਸ਼ਾਂਤੀ ਧਾਮ ਨਹੀਂ ਕਹਾਂਗੇ। ਉੱਥੇ ਤੁਸੀਂ ਪਵਿੱਤਰਤਾ, ਸੁੱਖ, ਸ਼ਾਂਤੀ ਵਿੱਚ ਰਹਿੰਦੇ ਹੋ। ਕੋਈ ਹੰਗਾਮਾ ਨਹੀਂ ਰਹਿੰਦਾ। ਬਾਬਾ ਸਤਯੁਗ ਦੀ ਗੱਲ ਸੁਣਾ ਰਹੇ ਕਿ ਸਤਯੁਗ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਹੰਗਾਮਾ, ਕੋਈ ਲੜਾਈ ਝਗੜਾ ਆਦਿ ਨਹੀਂ ਹੁੰਦਾ। ਘਰ ਵਿੱਚ ਬੱਚੇ ਝਗੜਾ ਆਦਿ ਕਰਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਨਾ ਕਿ ਸ਼ਾਂਤ ਰਹੋ। ਤਾਂ ਬਾਬਾ ਕਹਿੰਦੇ, ਤੁਸੀਂ ਆਤਮਾਵਾਂ
ਉਸ ਸ਼ਾਂਤੀ ਦੇਸ਼ ਦੀਆਂ ਸੀ, ਹੁਣ ਝਗੜਾਲੂ ਦੇਸ਼ ਵਿੱਚ ਬੈਠੇ ਹੋ। ਇਹ ਗੱਲ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਬਾਪ ਦੁਆਰਾ ਫਿਰ ਤੋਂ ਉੱਚੇ ਤੇ ਉੱਚਾ ਪਦ ਪਾਉਣ ਦਾ ਪੁਰਸ਼ਾਰਥ ਕਰ ਰਹੇ ਹੋ। ਸੁੱਖ ਸ਼ਾਂਤੀ ਦੇਣ ਵਾਲਾ ਇੱਕ ਬਾਪ ਹੈ, ਉਸ ਦੀ ਹੀ ਸਾਰੀ ਮਹਿਮਾ ਹੈ। ਅੱਗੇ ਬਾਬਾ ਕਹਿ ਰਹੇ ਕਿ ਮਹਿਮਾ ਕੀ ਹੈ? ਮਹਿਮਾ ਸਾਰੀ ਇੱਕ ਦੀ ਹੀ ਹੈ, ਜਿਸ ਨੂੰ ਪਤਿਤ ਪਾਵਨ ਲਿਬਰੇਟਰ ਕਹਿ ਕਰ ਬੁਲਾਉਂਦੇ ਹਨ। ਇਸ ਤਰ੍ਹਾਂ ਨਹੀਂ ਕਿ ਉਸ ਨੂੰ ਕ੍ਰਾਈਸਟ, ਬੁੱਧ ਆਦਿ ਯਾਦ ਆਉਂਦਾ ਹੋਵੇਗਾ। ਯਾਦ ਫਿਰ ਵੀ ਇੱਕ ਨੂੰ ਹੀ ਕਰਦੇ। ਕੀ ਕਹਿੰਦੇ? ਉਹ ਗੋਡ ਫਾਦਰ। ਚਾਹੇ ਉਹ ਕਿਸੇ ਵੀ ਧਰਮ ਦੀ ਆਤਮਾ ਹੈ, ਲੇਕਿਨ ਯਾਦ ਤਾਂ ਇੱਕ ਨੂੰ ਹੀ ਕਰਦੇ ਹਨ। ਸਤਯੁਗ ਵਿੱਚ ਤਾਂ ਕਿਸੇ ਦੀ ਮਹਿਮਾ ਨਹੀਂ ਹੁੰਦੀ। ਪਿੱਛੇ ਇਹ ਧਰਮ ਸ਼ੁਰੂ ਹੁੰਦਾ ਹੈ ਤਾਂ ਬਾਪ ਦੀ ਮਹਿਮਾ ਗਾਉਂਦੇ ਹਨ ਅਤੇ ਭਗਤੀ ਸ਼ੁਰੂ ਹੁੰਦੀ ਹੈ। ਡਰਾਮਾ ਕਿਵੇਂ ਬਣਿਆ ਹੋਇਆ ਹੈ, ਕਿਵੇਂ ਚੱਕਰ ਫਿਰਦਾ ਹੈ, ਤਾਂ ਜੋ ਬਾਪ ਦੇ ਬੱਚੇ ਬਣੇ ਹਨ ਉਹੀ ਜਾਣਦੇ ਹਨ। ਬਾਪ ਹੈ ਰਚయిਤਾ, ਅਸੀਂ ਸਭ ਹਾਂ ਰਚਨਾ। ਜਿਸ ਬਾਪ ਦੀ ਇੰਨੀ ਮਹਿਮਾ ਹੈ, ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਜਿਸ ਬਾਪ ਦੀ ਇੰਨੀ ਮਹਿਮਾ ਹੈ, ਹੁਣ ਉਹ ਸਾਡੇ ਸਾਹਮਣੇ ਬੈਠੇ ਹੋਏ ਹਨ ਅਤੇ ਬੱਚਿਆਂ ਨੂੰ ਸਮਝਾਉਂਦੇ ਹਨ। ਸਾਰੇ ਬੱਚੇ ਹਨ ਨਾ, ਬੱਚੇ ਤਾਂ ਬਹੁਤ ਖੁਸ਼ ਹਨ। ਅਸਲ ਵਿੱਚ ਬਾਪ ਦੇ ਲਈ ਇਹ ਨਹੀਂ ਕਹਿ ਸਕਦੇ, ਕਿਉਂਕਿ ਬਾਬਾ ਤਾਂ ਹੈ ਹੀ। ਬਾਬਾ ਤਾਂ ਕੋਈ ਅਨਖੁਸ਼ ਹੁੰਦੇ ਹੀ ਨਹੀਂ, ਅਨਹੈਪੀ ਹੁੰਦੇ ਹੀ ਨਹੀਂ। ਬਾਬਾ ਕਹਿੰਦੇ ਅਗਰ ਉਹ ਵੀ ਖੁਸ਼ੀ ਹੋਵੇ ਤਾਂ ਬਾਬਾ ਕਹਿੰਦੇ ਅਨਹੈਪੀ ਵੀ ਬਣਨਾ ਪਵੇ। ਅਗਰ ਬਾਪ ਨੂੰ ਹੈਪੀ ਹੋਣਾ ਪਵੇ ਤਾਂ ਅਨਹੈਪੀ ਵੀ ਹੋਣਾ ਪਏਗਾ। ਇਸ ਲਈ ਬਾਬਾ ਲਈ ਇਹ ਸ਼ਬਦ ਨਹੀਂ ਕਹਿ ਸਕਦੇ। ਬੱਚੇ ਬਹੁਤ ਖੁਸ਼ ਹੁੰਦੇ ਹਨ। ਬਾਬਾ ਤਾਂ ਇਹਨਾਂ ਸਭ ਤੋਂ ਨਿਆਰਾ ਹੈ। ਜੋ ਬਾਪ ਦੀ ਮਹਿਮਾ ਹੈ ਉਹ ਇਸ ਸਮੇਂ ਤੁਹਾਡੀ ਮਹਿਮਾ ਹੈ, ਫਿਰ ਭਵਿੱਖ ਵਿੱਚ ਤੁਹਾਡੀ ਮਹਿਮਾ ਅਲੱਗ ਹੋਵੇਗੀ। ਜਿਵੇਂ ਬਾਪ ਗਿਆਨ ਦਾ ਸਾਗਰ ਹੈ, ਤੁਸੀਂ ਵੀ ਮਾਸਟਰ ਗਿਆਨ ਦੇ ਸਾਗਰ ਹੋ। ਤੁਹਾਡੀ ਬੁੱਧੀ ਵਿੱਚ ਸ੍ਰਿਸ਼ਟੀ ਦਾ ਗਿਆਨ ਹੈ। ਜਾਣਦੇ ਹੋ ਬਾਪ ਸੁੱਖ ਦਾ ਸਾਗਰ ਹੈ, ਉਸ ਤੋਂ ਅਥਾਹ ਸੁੱਖ ਮਿਲਦੇ ਹਨ। ਇਸ ਸਮੇਂ ਤੁਸੀਂ ਬਾਪ ਤੋਂ ਵਰਸਾ ਲੈ ਰਹੇ ਹੋ। ਬਾਪ ਬੱਚਿਆਂ ਨੂੰ ਹੁਣ ਸ੍ਰੇਸ਼ਟ ਕਰਮ ਸਿਖਲਾ ਰਹੇ ਹਨ। ਬਾਪ ਕਹਿੰਦੇ ਹਨ ਤੁਸੀਂ ਬੱਚੇ ਹੁਣੇ ਬਣ ਰਹੇ ਹੋ। ਤੁਹਾਡੀ ਬੁੱਧੀ ਵਿੱਚ ਇਹ ਸਭ ਕੁਝ ਆਉਂਦਾ ਹੈ ਨਾ ਕਿ ਅਸੀਂ ਦੇਵਤਾ ਸੀ, ਫਿਰ ਹੁਣ ਬਣਦੇ ਹਾਂ। ਬਾਪ ਬੈਠ ਕੇ ਕਰਮ, ਅਕਰਮ, ਵਿਕਰਮ ਦੀ ਗਤੀ ਸਮਝਾਉਂਦੇ ਹਨ, ਜਿਸ ਨਾਲ ਅਸੀਂ ਇਹ ਬਣਦੇ ਹਾਂ। ਸ਼੍ਰੀਮਤ ਦਿੰਦੇ ਹਨ ਤਾਂ ਸ਼੍ਰੀਮਤ ਜਾਣਨੀ ਚਾਹੀਦੀ ਹੈ ਨਾ। ਸ਼੍ਰੀਮਤ ਨਾਲ ਸਾਰੀ ਦੁਨੀਆ, ਤੱਤਵਾਂ ਆਦਿ ਨੂੰ ਸਭ ਨੂੰ ਸ੍ਰੇਸ਼ਟ ਬਣਾਉਂਦੇ ਹੋ। ਬੇਹੱਦ ਦਾ ਬਾਪ ਸਵਰਗ ਦਾ ਰਚయిਤਾ ਹੈ। ਹੁਣ ਤਾਂ ਨਰਕ ਹੈ। ਜ਼ਰੂਰ ਨਰਕ ਵਿੱਚ ਸਵਰਗ ਦਾ ਵਰਸਾ ਦਿੱਤਾ ਹੋਵੇਗਾ। ਹੁਣ 84 ਜਨਮ ਪੂਰੇ ਹੁੰਦੇ ਹਨ, ਫਿਰ ਅਸੀਂ ਪਹਿਲਾ ਜਨਮ ਸਵਰਗ ਵਿੱਚ ਲੈਣਾ ਹੈ। ਤੁਹਾਡਾ ਲਕਸ਼ ਸਾਹਮਣੇ ਹੈ। ਬਾਬਾ ਕਹਿੰਦੇ ਤੁਸੀਂ ਆਪਣੇ ਲਕਸ਼ ਨੂੰ ਸਾਹਮਣੇ ਰੱਖੋ। ਏਮ ਆਬਜੈਕਟ ਸਾਹਮਣੇ ਖੜੀ ਹੈ, ਇਹ ਬਣਨ ਦਾ ਹੈ। ਅਸੀਂ ਸੋ ਲਕਸ਼ਮੀ ਨਾਰਾਇਣ ਬਣਦੇ ਹਾਂ। ਅਸਲ ਵਿੱਚ ਇਹਨਾਂ ਚਿੱਤਰਾਂ ਦੀ ਵੀ ਜ਼ਰੂਰਤ ਨਹੀਂ। ਜੋ ਕੱਚੇ ਹਨ ਬਾਰ-ਬਾਰ ਭੁੱਲ ਜਾਂਦੇ ਹਨ, ਇਸ ਲਈ ਚਿੱਤਰ ਰੱਖੇ ਜਾਂਦੇ ਹਨ। ਕੋਈ ਕ੍ਰਿਸ਼ਨ ਦਾ ਚਿੱਤਰ ਰੱਖਦੇ ਹਨ, ਕ੍ਰਿਸ਼ਨ ਨੂੰ ਦੇਖਣ ਬਿਗਰ ਯਾਦ ਨਹੀਂ ਕਰ ਸਕਦੇ। ਸਭ ਦੀ ਬੁੱਧੀ ਵਿੱਚ ਚਿੱਤਰਤਾ ਰਹਿੰਦਾ ਹੈ ਨਾ। ਤੁਹਾਨੂੰ ਕੋਈ ਚਿੱਤਰ ਆਦਿ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਨੂੰ ਆਤਮਾ ਸਮਝਦੇ ਹੋ। ਤੁਸੀਂ ਆਪਣਾ ਚਿੱਤਰ ਹੀ ਭੁੱਲਣਾ ਹੈ, ਮਾਨਾ ਕਿ ਆਪਣੀ ਦੇਹ ਨੂੰ ਹੀ ਭੁੱਲਣਾ ਹੈ। ਦੇਹ ਸਹਿਤ ਸਭ ਸੰਬੰਧ ਭੁੱਲ ਜਾਣੇ ਹਨ। ਬਾਬਾ ਕਹਿੰਦੇ ਤੁਸੀਂ ਹੋ ਆਸ਼ਿਕ ਇੱਕ ਮਾਸ਼ੂਕ ਦੇ। ਮਾਸ਼ੂਕ ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ ਰਹੋ ਤਾਂ ਵਿਕਰਮ ਵੀ ਨਾਸ਼ ਹੋ ਜਾਣਗੇ। ਇਸ ਤਰ੍ਹਾਂ ਦੀ ਅਵਸਥਾ ਰਹੇ। ਜੋ ਸਰੀਰ ਜਿਸ ਸਮੇਂ ਵੀ ਛੁੱਟੇ ਤਾਂ ਸਮਝੋ ਕਿ ਅਸੀਂ ਇਸ ਪੁਰਾਣੀ ਦੁਨੀਆ ਨੂੰ ਛੱਡ ਹੁਣ ਬਾਪ ਦੇ ਕੋਲ ਜਾਂਦੇ ਹਾਂ। 84 ਜਨਮ ਪੂਰੇ ਹੋਏ, ਹੁਣ ਵਾਪਸ ਜਾਣਾ ਹੈ। ਬਾਬਾ ਨੇ ਫਰਮਾਨ ਦਿੱਤਾ
ਮੈਨੂੰ ਯਾਦ ਕਰੋ। ਯਾਦ ਨਾਲ ਹੀ ਸਤੋ ਪ੍ਰਧਾਨ ਬਣ ਸਕਦੇ ਹੋ। ਪਤਿਤ ਪਾਵਨ ਤਾਂ ਬਾਪ ਹੀ ਹੈ ਨਾ। ਉਹ ਕਹਿੰਦੇ ਹਨ ਮਾਮੇ ਕਮ ਯਾਦ ਕਰੋ ਤਾਂ ਤੁਹਾਡੀ ਖਾਦ ਨਿਕਲ ਜਾਵੇਗੀ। ਪੁਰਸ਼ਾਰਥ ਕਰਨਾ ਹੈ ਯਾਦ ਦੀ ਯਾਤਰਾ ਦਾ। ਬੇਸ਼ੱਕ ਧੰਦਾ ਆਦਿ ਕਰੋ, ਕਰਮ ਤਾਂ ਕਰਨਾ ਹੀ ਹੈ ਨਾ, ਪਰੰਤੂ ਬੁੱਧੀ ਦਾ ਯੋਗ ਲੱਗਿਆ ਰਹੇ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਇੱਥੇ ਹੀ ਬਣਨਾ ਹੈ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਹੋਏ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਨਵੀਂ ਦੁਨੀਆ ਦੇ ਮਾਲਿਕ ਬਣ ਜਾਓਗੇ। ਬਾਪ ਹੋਰ ਤਾਂ ਕੋਈ ਤਕਲੀਫ ਨਹੀਂ ਦਿੰਦੇ ਹਨ, ਤੁਹਾਨੂੰ ਬਹੁਤ ਸਹਿਜ ਉਪਾਏ ਦੱਸਦੇ ਹਨ। ਸੁਖ ਧਾਮ ਦਾ ਮਾਲਿਕ ਬਣਨ ਲਈ ਮਾਮੇ ਕਮ ਯਾਦ ਕਰੋ। ਹੁਣ ਤੁਸੀਂ ਯਾਦ ਕਰੋ ਬਾਬਾ ਵੀ ਸਟਾਰ ਹੈ, ਮਨਾ ਇੱਕ ਸਿਤਾਰਾ। ਬੀਜ ਰੂਪ ਮਨੁੱਖ ਸ੍ਰਿਸ਼ਟੀ ਦਾ ਚੇਤਨ ਬੀਜ ਰੂਪ ਹੈ। ਬੀਜ ਰੂਪ ਹੋਣ ਦੇ ਕਾਰਨ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣਦਾ ਹੈ। ਤੁਸੀਂ ਤਾਂ ਬੀਜ ਨਹੀਂ ਹੋ, ਮੈਂ ਬੀਜ ਹਾਂ, ਇਸ ਲਈ ਮੈਨੂੰ ਗਿਆਨ ਸਾਗਰ ਕਹਿੰਦੇ ਹਨ। ਮਨੁੱਖ ਸ੍ਰਿਸ਼ਟੀ ਦਾ ਚੇਤਨ ਬੀਜ ਹੈ ਤਾਂ ਜ਼ਰੂਰ ਉਸ ਨੂੰ ਪਤਾ ਹੋਵੇਗਾ ਕਿ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਬਾਬਾ ਕਹਿ ਰਹੇ ਬਾਪ ਦੇ ਕੋਲ ਜਾਣ ਦਾ ਰਸਤਾ ਕੋਈ ਵੀ ਨਹੀਂ ਜਾਣਦੇ। ਪਾਵਨ ਦੁਨੀਆ ਵਿੱਚ ਪਤਿਤ ਹੀ ਕਿਵੇਂ ਜਾ ਸਕਦੇ। ਇਸ ਲਈ ਬਾਪ ਕਹਿੰਦੇ ਹਨ ਬੱਚੇ ਕਾਮ ਮਹਾਸ਼ਤਰੂ ਹੈ, ਕਾਮ ਵਿਕਾਰ 'ਤੇ ਜਿੱਤ ਪਾਓ। ਭਗਤੀ ਮਾਰਗ ਵਿੱਚ ਜੋ ਵੀ ਤਿਉਹਾਰ ਹੁੰਦੇ ਉਹ ਹੁਣ ਸੰਗਮ ਯੁੱਗ ਦੇ ਹਨ। ਸਤਯੁਗ ਤ੍ਰੇਤਾ ਦਾ ਕੋਈ ਵੀ ਤਿਉਹਾਰ ਨਹੀਂ ਹੁੰਦਾ, ਉੱਥੇ ਪਰਾਲਬਧ ਭੋਗਦੇ ਹੋ। ਤਿਉਹਾਰ ਸਾਰੇ ਇੱਥੇ ਹੀ ਮਨਾਏ ਜਾਂਦੇ ਹਨ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ, ਬਾਪ ਸਮਾਨ ਮਹਿਮਾ ਯੋਗ ਬਣਨ ਦੇ ਲਈ ਫਾਲੋ ਫਾਦਰ ਕਰਨਾ ਹੈ। ਦੂਸਰਾ, ਇਹ ਅੰਤਿਮ ਜਨਮ ਹੈ, ਹੁਣ ਘਰ ਜਾਣਾ ਹੈ। ਇਸ ਲਈ ਖੁਸ਼ੀ ਵਿੱਚ ਅੰਦਰ ਹੀ ਅੰਦਰ ਨਗਾੜੇ ਵੱਜਣੇ ਚਾਹੀਦੇ ਹਨ। ਨਗਾੜੇ ਮੈਨੂੰ ਬਾਜੇ ਵੱਜਣੇ ਚਾਹੀਦੇ ਹਨ। ਕਰਮ ਭੋਗ ਨੂੰ ਕਰਮ ਯੋਗ ਵਿੱਚ ਅਰਥਾਤ ਬਾਪ ਦੀ ਯਾਦ ਵਿੱਚ ਖੁਸ਼ੀ ਖੁਸ਼ੀ ਨਾਲ ਚੁਕਤੂ ਕਰਨਾ ਹੈ। ਵਰਦਾਨ, ਆਪਣੇ ਸਿਮਰਤੀ ਦੀ ਜੋਤੀ ਨਾਲ ਬ੍ਰਾਹਮਣ ਕੁਲ ਦਾ ਨਾਮ ਰੋਸ਼ਨ ਕਰਨ ਵਾਲੇ ਕੁਲ ਦੀਪਕ ਭਵ। ਇਹ ਬ੍ਰਾਹਮਣ ਕੁਲ ਸਭ ਤੋਂ ਵੱਡੇ ਤੇ ਵੱਡਾ ਹੈ। ਇਸ ਕੁਲ ਦੇ ਤੁਸੀਂ ਸਾਰੇ ਦੀਪਕ ਹੋ। ਕੁਲ ਦੀਪਕ ਅਰਥਾਤ ਸਦਾ ਆਪਣੇ ਸਿਮਰਤੀ ਦੀ ਜੋਤ ਨਾਲ ਬ੍ਰਾਹਮਣ ਕੁਲ ਦਾ ਨਾਮ ਰੋਸ਼ਨ ਕਰਨ ਵਾਲੇ। ਅਖੰਡ ਜੋਤੀ ਅਰਥਾਤ ਸਦਾ ਸਿਮਰਤੀ ਸਵਰੂਪ ਅਤੇ ਸਮਰੱਥੀ ਸਵਰੂਪ। ਯਦਿ ਸਮ੍ਰਿਤੀ ਰਹੇ ਕਿ ਮੈਂ ਮਾਸਟਰ ਸਰਵ ਸ਼ਕਤੀਵਾਨ ਹਾਂ ਤਾਂ ਸਮਰੱਥ ਸਵਰੂਪ ਆਪਣੇ ਆਪ ਹੀ ਰਹੋਗੇ। ਇਸ ਅਖੰਡ ਜੋਤੀ ਦਾ ਯਾਦਗਾਰ ਤੁਹਾਡੇ ਜੜ ਚਿੱਤਰਾਂ ਦੇ ਅੱਗੇ ਅਖੰਡ ਜੋਤੀ ਜਗਾਉਂਦੇ ਹਨ। ਸਲੋਗਨ ਹੈ, ਜੋ ਸਾਰੀਆਂ ਆਤਮਾਵਾਂ ਦੇ ਪ੍ਰਤੀ ਸ਼ੁੱਧ ਸੰਕਲਪ ਰੱਖਦੇ ਹਨ ਉਹੀ ਵਰਦਾਨੀ ਮੂਰਤ ਹਨ। ਅੱਛਾ, ਓਮ ਸ਼ਾਂਤੀ।